हेलो एवरीवन, वेलकम और वेलकम बैक टू माय चैनल BA Semester 2 इंग्लिश कंपलसरी ਦੀ ਵੀਡੀਓ ਸੀਰੀਜ਼ ਲੈ ਕੇ ਮੈਂ ਹਾਜ਼ਰ ਹਾਂ। ਆਪਾਂ ਆਲਰੇਡੀ 3 ਪੋਇਮਸ ਕਵਰ ਕਰ ਚੁੱਕੇ ਹਾਂ। ਅੱਜ ਆਪਾਂ 4th ਪੋਇਮ ਕਵਰ ਕਰਾਂਗੇ, ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਰਿਟਨ ਬਾਈ ਰਵਿੰਦਰਨਾਥ ਟੈਗੋਰ। ਦੋਸਤੋ, BA Semester 2 ਦੇ ਸਬਜੈਕਟਸ ਤੋਂ ਇਲਾਵਾ ਮੈਂ BA Semester 4 ਅਤੇ 6 ਦੀ ਵੀ ਤਿਆਰੀ ਆਪਣੇ ਚੈਨਲ ਤੇ ਕਰਵਾ ਰਹੀ ਹਾਂ। ਸੋ ਚੈਨਲ ਨੂੰ ਦੱਬ ਕੇ ਸ਼ੇਅਰ ਕਰਿਓ ਅਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਫੋਲੋ ਕਰ ਲਿਓ। ਉੱਥੇ ਵੀ ਕਾਫੀ ਸਾਰੇ ਨੋਟਸ, PDFs, ਅਪਡੇਟਸ, ਲਿੰਕਸ ਮੈਂ ਪਾਉਂਦੀ ਰਹਿੰਦੀ ਹਾਂ। ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ। ਸੋ ਇਹ ਇੱਕ ਐਸੀ ਪੋਇਮ ਹੈ ਜਿਹੜੀ ਕਿ ਗੀਤਾਂਜਲੀ ਨਾਮ ਦੀ ਪੋਇਮਸ ਦੇ ਵਿੱਚੋਂ ਇੱਕ ਪਾਰਟ ਹੈ। ਸੋ ਗੀਤਾਂਜਲੀ ਜਿਹੜਾ ਹੈ ਉਹ ਵੀ ਪੋਇਮਸ ਦਾ ਕਲੈਕਸ਼ਨ ਸੀਗੀ ਜਿਹੜੀ ਕਿ ਰਵਿੰਦਰਨਾਥ ਟੈਗੋਰ ਜੀ ਨੇ ਲਿਖੀ ਸੀ, ਜਿਨ੍ਹਾਂ ਕਰਕੇ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਸੋ ਇਹ ਜਿਹੜੀ ਪੋਇਮਸ ਹੈਗੀਆਂ ਨੇ ਗੀਤਾਂਜਲੀ, ਸੋ ਇਹ ਜਿਹੜੀ ਹੈਗੀ ਆ ਪੋਇਮ, ਇਸ ਨੂੰ ਆਜ਼ਾਦੀ ਤੋਂ ਪਹਿਲਾਂ ਲਿਖਿਆ ਗਿਆ ਸੀ ਅਤੇ ਇੱਕ ਸਪਿਰਿਟ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਨੈਸ਼ਨਲਿਜ਼ਮ ਦੀ ਆਪਣੇ ਕੰਟਰੀਮੈਨ ਦੇ ਵਿੱਚ, ਦੇਸ਼ ਦੇ ਵਾਸੀਆਂ 'ਚ, ਬਿਕੋਜ਼ ਆਪਾਂ ਗੁਲਾਮ ਸੀਗੇ। ਅਤੇ ਇਹ ਜਿਹੜੀ ਹੈਗੀ ਆ ਪੋਇਮ ਟੈਗੋਰ ਨੇ ਬੰਗਾਲੀ ਤੋਂ ਇੰਗਲਿਸ਼ ਦੇ ਵਿੱਚ ਵੀ, ਬੰਗਾਲੀ 'ਚ ਲਿਖੀ ਸੀ ਲੇਕਿਨ ਇੰਗਲਿਸ਼ ਦੇ ਵਿੱਚ ਬਾਅਦ 'ਚ ਟਰਾਂਸਲੇਟ ਕੀਤੀ ਸੀ। ਤਾਂ ਇਹਨਾਂ ਨੂੰ ਇਸ ਪੋਇਮ ਨੂੰ ਅੰਗਰੇਜ਼ਾਂ ਨੇ ਵੀ ਪੜ੍ਹਿਆ। ਸੋ ਉਹਨਾਂ ਨੇ ਵੀ ਸੋਚਿਆ ਕਿ ਇਹ ਜਿਹੜੇ ਇੰਡੀਅਨਸ ਨੇ ਇਹ ਕਦੇ ਵੀ ਆਪਣਾ ਜਿਹੜਾ ਹੈਗਾ ਗੁਲਾਮੀ ਤੋਂ ਆਪਣੇ ਆਪ ਨੂੰ ਆਜ਼ਾਦ ਜਿਹੜਾ ਹੈਗਾ ਕਰਵਾ ਕੇ ਰਹਿਣਗੇ, ਸੋ ਕਦੇ ਵੀ ਦੱਬਣਗੇ ਨਹੀਂ। ਸੋ ਇਸ ਕਰਕੇ ਜਿਹੜਾ ਬਹੁਤ ਹੀ ਹੌਸਲੇ ਬੁਲੰਦ ਹੋਏ ਸੀਗੇ ਆਪਣੇ ਕੰਟਰੀਮੈਨ ਦੇ। ਸੋ ਇਸ ਪੋਇਮ ਦੇ ਵਿੱਚ ਸਪੈਸੀਫਿਕਲੀ ਜਿਹੜਾ ਹੈ ਪੋਇਟ ਯਾਨੀ ਕਿ ਰਵਿੰਦਰਨਾਥ ਟੈਗੋਰ ਨੇ ਫਰੀ ਇੰਡੀਆ, ਕਿ ਸਾਡਾ ਜਿਹੜਾ ਆਜ਼ਾਦ ਭਾਰਤ ਹੋਵੇਗਾ ਉਹ ਕਿੱਦਾਂ ਦਾ ਹੋਣਾ ਚਾਹੀਦਾ, ਇੱਕ ਵਿਜ਼ਨ ਜਿਹੜਾ ਹੈ, ਇੱਕ ਪਰਸਪੈਕਟਿਵ ਜਿਹੜਾ ਹੈ ਇਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡਾ ਜਿਹੜਾ ਆਜ਼ਾਦ ਭਾਰਤ ਹੈ ਨਾ ਉਹ ਕਿਵੇਂ ਦਾ ਹੋਏਗਾ। ਸੋ ਆਪਾਂ ਰੈਫਰੈਂਸ ਟੂ ਕੰਟੈਕਸਟ ਦੇ ਨਾਲ ਨਾਲ ਪੋਇਮ ਐਕਸਪਲਾਨੇਸ਼ਨ ਵੀ ਸਮਝਾਂਗੇ ਅਤੇ ਨਾਲ ਹੀ ਇਸ ਪੋਇਮ ਦੀ ਸਮਰੀ ਮੇਨ ਆਈਡੀਆ ਵੀ ਕਰਾਂਗੇ। ਸ਼ੋਰਟ ਕੁਐਸਚਨ ਰਿਗਾਰਡਿੰਗ ਵੀਡੀਓਜ਼ ਜਿਹੜੀਆਂ ਨੇ ਸਾਰੀ ਹੀ ਪੋਇਮਸ ਦੀਆਂ ਐਂਡ ਦੇ ਵਿੱਚ ਆਉਣਗੀਆਂ। ਇੱਕ ਵਾਰ ਮੈਂ ਪੋਇਮਸ ਕਵਰ ਕਰਵਾ ਲਵਾਂ। ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ ਐਂਡ ਦਾ ਹੈਡ ਇਜ਼ ਹੀ ਹੈਲਡ ਹਾਈ। ਸੋ ਇਸ ਪੋਇਮ ਦੇ ਵਿੱਚ ਇਹਨਾਂ ਨੇ ਕਿਹਾ ਹੈਗਾ, ਪੋਇਟ ਨੇ, ਕਿ ਪਰਮਾਤਮਾ ਨੂੰ ਕਿਹਾ ਹੋਇਆ ਕਿ ਪ੍ਰੇ ਕੀਤੀ ਹੋਈ ਹੈ, ਇੱਕ ਪ੍ਰੇਅਰ ਟਾਈਪ ਇਹ ਪੋਇਮ ਹੈਗੀ ਹੈ ਜਿਹਦੇ ਵਿੱਚ ਗੋਡ ਨੂੰ ਪ੍ਰੇ ਕੀਤੀ ਗਈ ਹੈ ਕਿ ਸਾਡਾ ਆਜ਼ਾਦ ਭਾਰਤ ਕਿਵੇਂ ਦਾ ਹੋਣਾ ਚਾਹੀਦਾ ਹੈਗਾ। ਸੋ ਇਹਦੇ ਵਿੱਚ ਗੋਡ ਨੂੰ ਕਿਹਾ ਗਿਆ ਕਿ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਫੀਅਰ ਹੁੰਦਾ ਡਰ, ਜਿੱਥੇ ਅਸੀਂ ਸਾਰੇ ਕੀ ਹੋਈਏ, ਸਾਡਾ ਮਨ ਜਿਹੜਾ ਹੋਵੇ ਨਿਡਰ ਹੋਵੇ ਅਤੇ ਸਾਡਾ ਹੈਡ ਜਿਹੜਾ ਹੈ ਉਹ ਹਾਈ ਹੋਵੇ। ਠੀਕ ਹੈ, ਅਸੀਂ ਸਨਮਾਨ ਦੇ ਨਾਲ ਜਿਹੜਾ ਹੈਗਾ ਆਪਣਾ ਸਿਰ ਉੱਚਾ ਚੁੱਕ ਸਕੀਏ। ਵੇਅਰ ਨੌਲੇਜ ਇਜ਼ ਫਰੀ, ਜਿੱਥੇ ਜਿਹੜਾ ਹੈਗਾ ਨੌਲੇਜ, ਐਜੂਕੇਸ਼ਨ ਜਿਹੜੀ ਹੈ ਬਿਲਕੁਲ ਫਰੀ ਹੋਵੇ, ਬਿਲਕੁਲ ਫਰੀ ਆਫ ਕੋਸਟ ਹੋਵੇ। ਵੇਅਰ ਦਾ ਵਰਲਡ ਹੈਜ਼ ਨੋਟ ਬੀਨ ਬ੍ਰੋਕਨ ਅਪ, ਜਿੱਥੇ ਜਿਹੜਾ ਹੈ ਸਾਡਾ ਵਰਲਡ ਯਾਨੀ ਕਿ ਪੂਰੇ ਸੰਸਾਰ ਦੀ ਗੱਲ ਕਰੀਏ, ਸਾਡਾ ਵਿਸ਼ਵ ਜਿਹੜਾ ਹੈਗਾ ਬਿਲਕੁਲ ਵੀ ਟੁੱਟਿਆ ਹੋਇਆ ਨਾ ਹੋ, ਟੁਕੜਿਆਂ 'ਚ ਨਾ ਵੰਡਿਆ ਹੋਵੇ, ਇਨਟੂ ਫਰੈਗਮੈਂਟਸ ਬਾਈ ਨੈਰੋ ਡੋਮੈਸਟਿਕ ਵਾਲਸ। ਨੈਰੋ ਡੋਮੈਸਟਿਕ ਵਾਲ ਦਾ ਇਹ ਨਹੀਂ ਹੈ ਕਿ ਕੰਧਾਂ ਬਣਾਤੀਆਂ, ਨਹੀਂ, ਕਹਿੰਦੇ ਕੋਈ ਵੀ ਦੀਵਾਰਾਂ ਵਿੱਚ ਇਹਦੇ ਨਾ ਹੋਣ। ਸਾਡੇ ਵਿਸ਼ਵ ਦੇ ਵਿੱਚ ਸਾਰਾ ਜਿਹੜਾ ਇਕੱਲੇ ਭਾਰਤ ਦੀ ਨਹੀਂ ਗੱਲ ਕਰੀ, ਕਿ ਜਿਹੜਾ ਪੂਰਾ ਵਿਸ਼ਵ ਹੈ ਉਸ ਦੇ ਵਿੱਚ ਜਿਹੜਾ ਹੈ ਏਕਤਾ ਹੋਵੇ ਅਤੇ ਟੁਕੜਿਆਂ ਦੇ ਵਿੱਚ ਨਾ ਵੰਡਿਆ ਹੋਇਆ ਹੋਵੇ, ਅਤੇ ਕੋਈ ਵੀ ਜਿਹੜੀ ਦੀਵਾਰ ਹੈਗੀ ਹੈ, ਚਾਹੇ ਉਹ ਕਾਸਟ, ਕਲਰ, ਕ੍ਰੀਡ ਦੀ ਹੈਗੀ ਹੈ, ਜਿਹੜੀ ਕੋਈ ਵੀ ਦੀਵਾਰ, ਸੁਪਰਸਟੀਸ਼ਨ ਦੀ ਦੀਵਾਰ ਜਿਹੜੀ ਹੈਗੀ ਇਹਦੇ ਵਿੱਚ ਨਾ ਹੋਵੇ। ਵੇਅਰ ਵਰਡਸ ਕਮ ਆਊਟ ਫਰੋਮ ਦਾ ਡੈਪਥ ਆਫ ਟਰੂਥ। ਡੈਪਥ ਦਾ ਮਤਲਬ ਹੁੰਦਾ ਡੂੰਘਾਈ। ਜਿਹੜੇ ਵਰਡਸ ਨੇ ਨਾ ਉਹ ਸਾਡੇ ਅੰਦਰ ਤੋਂ ਆਉਣ, ਬਿਲਕੁਲ ਸੱਚੇ ਹੋਣ, ਮਤਲਬ ਐਸੇ ਕੰਟਰੀਮੈਨ ਹੋਣ, ਐਸੇ ਸਾਡੇ ਦੇਸ਼ ਦੇ ਵਾਸੀ ਹੋਣ ਕਿ ਜਿੱਥੇ ਜਿਹੜੇ ਹੈਗੇ ਉਹ ਹਮੇਸ਼ਾ ਸੱਚ ਬੋਲਣ ਅਤੇ ਸੱਚਾਈ ਦੇ ਰਾਹ 'ਤੇ ਚੱਲਣ। ਵੇਅਰ ਟਾਇਰਲੈਸ ਸਟਰਾਈਵਿੰਗ ਸਟ੍ਰੈਚਿਸ ਇਟਸ ਆਰਮਸ ਟੂਵਰਡਸ ਪਰਫੈਕਸ਼ਨ, ਜਿੱਥੇ ਕੀ ਹੈ ਟਾਇਰਲੈਸ ਦਾ ਮਤਲਬ ਕੀ ਹੁੰਦਾ, ਅਣਥੱਕੇ। ਟਾਇਰਲੈਸ ਦਾ ਮਤਲਬ ਹੁੰਦਾ ਅਣਥੱਕੇ, ਅਤੇ ਜਿਹੜੇ ਕਦੇ ਥੱਕਣ ਨਾ। ਸਟਰਾਈਵਿੰਗ ਦਾ ਮਤਲਬ ਕੀ ਹੁੰਦਾ ਹੈਗਾ, ਟਰਾਈੰਗ ਹਾਰਡ, ਜਿੱਥੇ ਉਹ ਕੜੀ ਤੋਂ ਕੜੀ ਮਿਹਨਤ ਕਰਨ। ਸਟਰੈਚ ਮਤਲਬ ਹੁੰਦਾ ਹੈਗਾ ਕਿ ਬਾਹਾਂ ਫੈਲਾਉਣ। ਸੋ ਇਟਸ ਆਰਮਸ ਟੂਵਰਡਸ ਪਰਫੈਕਸ਼ਨ, ਮਤਲਬ ਕਿ ਇੱਥੇ ਇੱਕ ਪਰਸੋਨੀਫਿਕੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਵੀ ਇੰਨੀ ਜ਼ਿਆਦਾ ਸਾਡੇ ਦੇਸ਼ ਦੇ ਨਿਵਾਸੀ ਕੜੀ ਮਿਹਨਤ ਕਰਨ ਕਿ ਆਪਣੇ ਗੋਲਸ ਜਿਹੜੇ ਹੈਗੇ ਨੇ ਅਚੀਵ ਕਰ ਪਾਉਣ ਅਤੇ ਕਦੇ ਵੀ ਲੇਜ਼ੀ ਨਾ ਹੋਣ। ਉਹ ਹਾਰਡ ਵਰਕ ਕਰਨ, ਕਦੇ ਵੀ ਥੱਕਣ ਨਾ, ਅਤੇ ਜਿੱਥੇ ਜਿਹੜੀ ਹੈਗੀ ਹੈ ਪਰਫੈਕਸ਼ਨ ਯਾਨੀ ਕਿ ਪੂਰੀ ਤਰ੍ਹਾਂ ਜਿਹਦੀ ਪਰਫੈਕਸ਼ਨ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਆਪਣੀ ਮੰਜ਼ਿਲ ਪਾ ਲਈ। ਸੋ ਪਰਫੈਕਸ਼ਨ ਦੇ ਰਾਹ ਦੇ ਉੱਤੇ ਜਿਹੜਾ ਹੈਗਾ ਉਹ ਚੱਲਣ, ਅਤੇ ਪਰਫੈਕਸ਼ਨ ਵੀ ਉਹਨਾਂ ਵੱਲ ਜਿਹੜੀ ਹੈ ਬਾਂਹ ਫੈਲਾ ਕੇ ਉਹਨਾਂ ਦਾ ਸਵਾਗਤ ਕਰੇ।
ਸੋ ਕੌਨਟੈਕਸਟ ਦੀ ਅਗਰ ਆਪਾਂ ਗੱਲ ਕਰੀਏ, these lines have been taken from the poem Where the Mind is Without Fear by ਰਵਿੰਦਰਨਾਥ ਟੈਗੋਰ। ਜਿੱਦਾਂ ਕਿ ਆਪਾਂ ਪੜ੍ਹਿਆ ਕਿ ਇਹ ਜਿਹੜੀਆਂ ਲਾਈਨਸ ਨੇ ਇਹ ਸਾਰੀਆਂ ਕਿੱਥੋਂ ਲਈਆਂ ਗਈਆਂ, Where the Mind is Without Fear, ਜਿਹੜੀ ਕਿ ਪੋਇਮ ਲਿਖੀ ਹੋਈ ਹੈ ਰਵਿੰਦਰਨਾਥ ਟੈਗੋਰ ਜੀ ਦੀ। This poem is an extract from the famous poem ਗੀਤਾਂਜਲੀ। ਸੋ ਇੱਕ ਪਾਰਟ ਹੈ, ਐਕਸਟ੍ਰੈਕਟ ਦਾ ਮਤਲਬ ਹੁੰਦਾ ਇੱਕ ਪਾਰਟ ਹੈ, ਛੋਟਾ ਜਿਹਾ ਟੁਕੜਾ ਹੈਗਾ ਗੀਤਾਂਜਲੀ ਪੋਇਮ ਦਾ, ਠੀਕ ਹੈ। ਸੋ ਇਹ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੇਅਰ ਜਿਹੜਾ ਹੈਗਾ ਗੀਤਾਂਜਲੀ ਨਾਮ ਦੀ ਪੋਇਮਸ ਕਲੈਕਸ਼ਨ ਦੇ ਵਿੱਚੋਂ ਲਿਆ ਗਿਆ ਹੈ, ਜਿਸ ਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਤਾਂ ਇੱਕ ਛੋਟਾ ਜਿਹਾ ਐਕਸਟ੍ਰੈਕਟ ਹੈਗਾ। ਦਿਸ ਪੋਇਮ ਇਜ਼ ਰਿਟਨ ਇਨ ਦਾ ਫॉर्म ਆਫ ਅ ਪ੍ਰੇਅਰ ਟੂ ਗੋਡ। ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟੀ ਹਾਂ ਕਿ ਇਹ ਇੱਕ ਪ੍ਰੇਅਰ ਯਾਨੀ ਕਿ ਪ੍ਰਾਰਥਨਾ ਦੇ ਰੂਪ ਦੇ ਵਿੱਚ ਛੋਟੀ ਜਿਹੀ ਪ੍ਰਾਰਥਨਾ ਕੀਤੀ ਗਈ ਹੈ ਗੋਡ ਨੂੰ। ਟੈਗੋਰ ਰਿਵੀਲਸ ਹਿਜ਼ ਓਨ ਆਈਡੀਆ ਆਫ ਫਰੀडम ਥਰੂ ਦਾ ਪੋਇਮ। ਇਸ ਪੋਇਮ ਦੇ ਰਾਹੀਂ ਜਿਹੜਾ ਹੈਗਾ ਪੋਇਟ ਨੇ ਇੱਕ ਫਰੀडम ਕਿ ਕਿੱਦਾਂ ਆਜ਼ਾਦੀ ਹੋਣੀ ਚਾਹੀਦੀ ਹੈ ਆਪਣੇ ਆਈਡੀਆਜ਼ ਪੇਸ਼ ਕੀਤੇ ਨੇ। ਪੋਇਟ ਪ੍ਰੇਜ਼ ਟੂ ਗੋਡ, ਜਿਹੜਾ ਕਵੀ ਹੈਗਾ ਉਹ ਗੋਡ ਨੂੰ ਪ੍ਰਾਰਥਨਾ ਕਰਦਾ ਹੈ ਦੈਟ ਹਿਜ਼ ਕੰਟਰੀਮੈਨ ਸ਼ੁੱਡ ਲੀਵ ਆਲ ਕਸਟਮਸ ਆਫ ਪਾਸਟ, ਕਿ ਜਿਹੜੀਆਂ ਪੁਰਾਣੀਆਂ ਦੀਵਾਰਾਂ ਨੇ, ਪੁਰਾਣੇ ਟ੍ਰਡੀਸ਼ਨ ਨੇ, ਪੁਰਾਣੇ ਸਟੀਰੀਓਟਾਈਪ ਥਿੰਗਸ ਨੇ, ਸੋ ਉਹ ਉਹਦੇ ਕੰਟਰੀ ਦੇ ਨਿਵਾਸੀ ਜਿਹੜੇ ਹੈਗੇ ਉਸ ਚੀਜ਼ ਨੂੰ ਛੱਡ ਦੇਣ, ਉਸਨੂੰ ਪਿੱਛੇ ਛੱਡ ਦੇਣ। ਦੇ ਮਸਟ ਐਕਸੈਪਟ ਨਿਊ ਆਈਡੀਆਜ਼ ਐਂਡ ਕਸਟਮ, ਅਤੇ ਉਹ ਨਵੇਂ ਆਈਡੀਆਜ਼, ਨਵੇਂ ਕਸਟਮ, ਟ੍ਰਡੀਸ਼ਨ, ਰੀਤੀ ਰਿਵਾਜ ਵਗੈਰਾ ਜਿਹੜੇ ਹੈ ਫੋਲੋ ਕਰਨ। ਦੇ ਸ਼ੁੱਡ ਲੀਡ ਇਨਟੂ ਟਰੂ ਫਰੀडम, ਤਾਂ ਉਹ ਜਿਹੜੇ ਹੈਗੇ ਇੱਕ ਅਸਲੀ ਆਜ਼ਾਦੀ ਦੇ ਮਾਇਨੇ ਨੂੰ ਸਮਝਣ ਕਿ ਅਸਲੀ ਆਜ਼ਾਦੀ ਕੀ ਹੁੰਦੀ ਹੈ। ਅਸਲੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਸਾਡਾ ਦੇਸ਼ ਜਿਹੜਾ ਹੈਗਾ ਗੁਲਾਮੀ ਤੋਂ ਆਜ਼ਾਦ ਹੋਵੇ, ਨਹੀਂ, ਉਹ ਪੁਰਾਣੀਆਂ ਚੀਜ਼ਾਂ ਨੂੰ ਵੀ ਛੱਡ ਦੇਣ, ਜਿਹੜੀ ਆਪਣੇ ਇੱਥੇ ਸਟੀਰੀਓਟਾਈਪ ਜਿਹੜੀ ਸੀ, ਸਤੀ ਪ੍ਰਥਾ, ਬਾਲ ਵਿਆਹ ਵਗੈਰਾ ਵਰਗੇ ਸੋਸ਼ਲ ਜਿਹੜੇ ਏਵਲਸ ਸੀਗੇ, ਉਸ ਤੋਂ ਜਿਹੜੀ ਹੈਗੀ ਸਾਡਾ ਦੇਸ਼ ਬਿਨਾਂ ਰਹੇ। ਅਤੇ ਜਿਹੜੀ ਜੈਂਡਰ ਡਿਸਕ੍ਰੀਮੀਨੇਸ਼ਨ, ਭੇਦਭਾਵ ਕੀਤਾ ਜਾਂਦਾ ਸੀ ਕਿ ਲੜਕੀ ਜਿਹੜੀ ਹੈਗੀ ਘਰੇ ਰਹੇਗੀ, ਉਸਨੂੰ ਨਹੀਂ ਪੜ੍ਹਾਉਣਾ, ਲੜਕੇ ਬਾਹਰ ਜਾ ਕੇ ਕੰਮ ਕਰਨਗੇ, ਕਮਾਉਣਗੇ, ਹੈ ਨਾ, ਵਿਦੇਸ਼ਾਂ 'ਚ ਜਾਣਗੇ। ਸੋ ਐਸਾ ਕੁਛ ਹੈ। ਸੋ ਇਹ ਚੀਜ਼ ਜਿਹੜੀ ਹੈਗੀ ਇਸ ਤੋਂ ਵੀ ਸਾਡਾ ਦੇਸ਼ ਜਿਹੜਾ ਹੈਗਾ ਉਹ ਆਜ਼ਾਦ ਹੋਵੇ ਇਹਨਾਂ ਚੀਜ਼ਾਂ ਤੋਂ ਵੀ। ਸੋ ਇਸ ਚੀਜ਼ ਦੀ ਕਲਪਨਾ ਜਿਹੜੀ ਹੈਗੀ ਉਹਨਾਂ ਨੇ ਕੀਤੀ ਹੈ। ਐਕਸਪਲੇਨੇਸ਼ਨ ਸੇਮ ਜਿਹੜਾ ਉੱਪਰ ਪੜ੍ਹਿਆ ਹੈਗਾ ਆਪਾਂ ਉੱਦਾਂ ਹੀ ਲਿਖਣਾ ਹੈ। ਸੋ ਇਨ ਦੀਜ਼ ਲਾਈਨਸ ਪੋਇਟ ਪ੍ਰੇਜ਼ ਟੂ ਗੋਡ ਟੂ ਲੀਡ ਹਿਜ਼ ਕੰਟਰੀਮੈਨ ਇਨਟੂ ਦਾ ਹੈਵਨ ਆਫ ਟਰੂ ਫਰੀडम। ਤਾਂ ਗੋਡ ਦੇ ਰਾਹੀਂ ਗੋਡ ਨੂੰ ਪ੍ਰਾਰਥਨਾ ਕੀਤੀ ਗਈ ਹੈ ਕਿ ਉਸਦੇ ਦੇਸ਼ ਦੇ ਨਿਵਾਸੀ ਜਿਹੜੇ ਹੈਗੇ ਅਸਲੀ ਆਜ਼ਾਦੀ ਦੇ ਸਵਰਗ ਦੇ ਵਿੱਚ ਜਿਹੜਾ ਹੈਗਾ ਉਹ ਜਾਣ। ਦੇ ਸ਼ੁੱਡ ਬੀ ਫੇਅਰਲੈਸ, ਉਹ ਨਿਡਰ ਹੋਣ, ਸੈਲਫ ਰਿਸਪੈਕਟਫੁਲ ਹੋਣ, ਆਪਣਾ ਜਿਹੜਾ ਹੈਗਾ ਕੀ ਕਰਨ, ਆਪਣਾ ਆਤਮ ਸਨਮਾਨ ਦੇ ਵਿੱਚ ਰਹਿਣ, ਸਿਰ ਉੱਚਾ ਕਰਕੇ ਰਹਿਣ। ਹੀ ਵਿਸ਼ਿਜ਼ ਦੈਟ ਐਵਰੀ ਮੈਨ ਹੈਜ਼ ਹਿਜ਼ ਹੈਡ ਹੈਲਡ ਹਾਈ ਇਨ ਦਾ ਡਿਗਨਿਟੀ। ਸੋ ਆਪਣੇ ਜਿਹੜਾ ਹੈਗਾ ਡਿਗਨਿਟੀ ਦੇ ਵਿੱਚ, ਸਤਿਕਾਰ ਦੇ ਵਿੱਚ, ਮਾਣ ਦੇ ਨਾਲ ਜਿਹੜਾ ਹੈਗਾ ਆਪਣਾ ਸਿਰ ਝੁਕਾ ਕੇ ਰਹਿਣਾ, ਉਹ ਕਿਸੇ ਅੱਗੇ ਝੁਕਣਾ। ਦੇ ਸ਼ੁੱਡ ਹੈਵ ਸੈਂਸ ਆਫ ਸੈਲਫ ਡਿਗਨਿਟੀ, ਅਤੇ ਉਹਨਾਂ ਦੇ ਵਿੱਚ ਸੈਂਸ ਆਫ ਇੱਕ ਐਸੀ ਫੀਲਿੰਗ ਆਵੇ ਸੈਲਫ ਡਿਗਨਿਟੀ ਦੀ, ਆਤਮ ਸਨਮਾਨ ਦੀ। ਦੇ ਸ਼ੁੱਡ ਬੀ ਦੇਅਰ ਸ਼ੁੱਡ ਬੀ ਫ੍ਰੀ ਨੌਲੇਜ, ਅਤੇ ਸਾਡੇ ਦੇਸ਼ ਦੇ ਵਿੱਚ ਕੀ ਹੋਵੇ, ਫ੍ਰੀ ਨੌਲੇਜ ਯਾਨੀ ਕਿ ਐਜੂਕੇਸ਼ਨ ਹੋਵੇ। ਐਜੂਕੇਸ਼ਨ ਸ਼ੁੱਡ ਨਾਟ ਬੀ ਰਿਸਟ੍ਰਿਕਟਡ ਟੂ ਐਨੀ ਕਾਸਟ, ਕਲਰ, ਕ੍ਰੀਡ। ਸੋ ਜਿਹੜੀ ਸਾਡੀ ਐਜੂਕੇਸ਼ਨ ਹੈਗੀ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈਗੀ ਕਿਸੇ ਵੀ ਧਰਮ ਦੇ ਲਈ, ਕਿਸੇ ਵੀ ਜਾਤ ਲਈ, ਕਿਸੇ ਵੀ ਕ੍ਰੀਡ, ਨਸਲ ਲਈ ਰਿਸਟ੍ਰਿਕਟਡ ਨਾ ਹੋਵੇ ਕਿ ਸਿਰਫ ਉਹਨਾਂ ਨੂੰ ਹੀ ਇੱਕ ਲਿਮਟ ਬਣਾਤੀ ਕਿ ਸਿਰਫ ਉੱਚੀਆਂ ਜਾਤਾਂ ਨੂੰ ਮਿਲੇਗੀ, ਜਿਨ੍ਹਾਂ ਦਾ ਧਰਮ ਉੱਚਾ ਉਹਨਾਂ ਨੂੰ ਮਿਲੇਗੀ, ਕਲਰ ਦੇ ਅਕੋਰਡਿੰਗ ਮਿਲੇਗੀ, ਕ੍ਰੀਡ ਦੇ। ਸੋ ਐਸਾ ਕੁਛ ਨਹੀਂ ਹੋਣਾ ਚਾਹੀਦਾ। ਜਿਹੜੀ ਐਜੂਕੇਸ਼ਨ ਆ ਉਹ ਸਾਰਿਆਂ ਲਈ ਫ੍ਰੀ ਹੋਣੀ ਚਾਹੀਦੀ ਹੈ, ਕੋਈ ਵੀ ਇਸਨੂੰ ਹਾਸਲ ਕਰ ਸਕੇ। ਦੇਅਰ ਸ਼ੁੱਡ ਬੀ ਨੋ ਡਿਵੀਜ਼ਨ ਬੇਸਡ ਔਨ ਕਾਸਟ, ਕ੍ਰੀਡ, ਕਲਰ ਐਂਡ ਰਿਲੀਜਨ। ਤਾਂ ਕੋਈ ਵੀ ਜਿਹੜੀ ਹੈਗੀ ਡਿਵੀਜ਼ਨ ਯਾਨੀ ਕਿ ਵੰਡ ਨਹੀਂ ਹੋਣੀ ਚਾਹੀਦੀ ਕਾਸਟ, ਕ੍ਰੀਡ, ਕਲਰ ਅਤੇ ਰਿਲੀਜਨ ਦੇ ਅਕੋਰਡਿੰਗ। ਕੰਟਰੀਮੈਨ ਸ਼ੁੱਡ ਬੀ ਟਰੂਥਫੁਲ, ਅਤੇ ਸਾਡੇ ਦੇਸ਼ ਦੇ ਕੰਟਰੀਮੈਨ ਜਿਹੜੇ ਦੇਸ਼ ਨਿਵਾਸੀ ਨੇ ਉਹ ਸੱਚੇ ਹੋਣ। ਐਵਰੀ ਵਨ ਸ਼ੁੱਡ ਵਰਕ ਹਾਰਡ ਟੂ ਰੀਚ ਦੇਅਰ ਗੋਲਸ ਐਂਡ ਟੂ ਰੀਚ ਐਟ ਪਰਫੈਕਸ਼ਨ। ਸੋ ਪਰਫੈਕਸ਼ਨ ਮਤਲਬ ਪਰਫੈਕਸ਼ਨ ਤੱਕ, ਆਪਣੇ ਹੁਨਰ ਕਲਾ ਤੱਕ ਪਹੁੰਚਣ ਲਈ ਜਿਹੜਾ ਹੈਗਾ ਉਹ ਆਪਣੇ ਗੋਲ ਤੱਕ ਪਹੁੰਚਣ ਲਈ ਵਰਕ ਹਾਰਡ ਕਰਨ, ਨਿਠੱਲੇ ਨਾ ਹੋ ਕੇ ਬੈਠਣ, ਲੇਜ਼ੀ ਨਾ ਬਣਨ, ਕੰਮ ਕਰਨ, ਕੜੀ ਮਿਹਨਤ ਤੋਂ ਥੱਕਣ ਨਾ, ਅਣਥੱਕੇ ਹਰੇਕ ਕੰਮ ਕਰਨ। ਦੇ ਸ਼ੁੱਡ ਨਾਟ ਬੀ ਟਾਇਰਡ ਆਫ ਵਰਕਿੰਗ ਐਂਡ ਲੇਜ਼ੀ, ਨਾ ਤਾਂ ਉਹ ਲੇਜ਼ੀ ਬਣਨ ਅਤੇ ਨਾ ਹੀ ਕਦੇ ਵੀ ਆਪਣੇ ਹਾਰਡ ਵਰਕ ਤੋਂ ਅੱਕਣ ਅਤੇ ਹਾਰਡ ਵਰਕ ਕਰਨ, ਕਦੇ ਵੀ ਥੱਕਣ ਨਾ। ਸੋ ਸੈਕਿੰਡ ਸਟੈਂਜ਼ਾ ਵੱਲ ਆਪਾਂ ਮੂਵ ਕਰ ਰਹੇ ਹਾਂ। ਵੇਅਰ ਦਾ ਕਲੀਅਰ ਸਟਰੀਮ, ਸਟਰੀਮ ਦਾ ਇੱਥੇ ਕੀ ਹੁੰਦਾ, ਝਰਨਾ। ਕਲੀਅਰ ਸਟਰੀਮ ਆਫ ਰੀਜ਼ਨ ਦਾ ਮਤਲਬ ਇੱਥੇ ਜਿਹੜਾ ਹੈ ਕਲੀਅਰ ਸਟਰੀਮ ਦਾ ਮਤਲਬ ਹੈ ਜਿਹੜਾ ਬਿਲਕੁਲ ਜਿਸ 'ਚੋਂ ਪਾਣੀ ਦੇ ਵਿੱਚੋਂ ਜਿਹਦਾ ਮੂੰਹ ਜਿਵੇਂ ਮੂੰਹ ਦਿਖਦਾ ਨਾ ਉਵੇਂ ਦਾ ਵਾਟਰ ਹੁੰਦਾ, ਝਰਨਿਆਂ ਦਾ ਪਾਣੀ ਜਿਹੜਾ ਹੁੰਦਾ। ਸੋ ਕਲੀਅਰ ਸਟਰੀਮ ਵਾਂਗੂ ਇੱਕ ਕਲੀਅਰ ਸਾਫ ਸੁਥਰੇ ਜਿਹੜੇ ਹੈਗਾ ਪਾਣੀ ਦੇ ਵਾਂਗੂ ਜਿਹੜਾ ਹੈ ਆਫ ਰੀਜ਼ਨ,
हैज़ नॉट लॉस्ट इट्स वे टू द ਡਰੈਰੀ ਡਰੈਰੀ ਦਾ ਮਤਲਬ ਕੀ ਹੁੰਦਾ ਹੈਗਾ ਡਰੇਰੀ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਚੀਜ਼ ਬਹੁਤ ਹੀ ਜ਼ਿਆਦਾ ਡਲ ਹੈਗੀ ਹੈ ਲਾਈਫਲੈਸ ਹੈਗੀ ਹੈ ਠੀਕ ਹੈ ਡਲ ਜੀ ਦਿਖਣ ਵਾਲੀ ਨੂੰ ਆਪਾਂ ਡਰੈਰੀ ਕਹਿੰਦੇ ਆ ਡਰੇਰੀ ਡੇਜ਼ਰਟ ਸੈਂਡ ਦਾ ਮਤਲਬ ਹੁੰਦਾ ਰੇਤ ਡੈਜ਼ਰਟ ਦਾ ਮਤਲਬ ਹੁੰਦਾ ਮਾਰੂਥਲ ਆਫ ਡੈਡ ਹੈਬਿਟਸ ਦਾ ਮਤਲਬ ਹੈ ਪੁਰਾਣੇ ਕਸਟਮਸ ਪੁਰਾਣੀਆਂ ਸੁਪਰਸਟੀਸ਼ਨਸ ਠੀਕ ਹੈ ਓਲਡ ਜਿਹੜੀ ਸੁਸਾਈਟਲ ਇਸ਼ੂਜ਼ ਨੇ ਹੈ ਨਾ ਈਵਲਸ ਨੇ ਉਹਨਾਂ ਨੂੰ ਰਿਮੂਵ ਕਰਨਾ ਸੋ ਉਸ ਨੂੰ ਕਹਿੰਦੇ ਡੈਡ ਹੈਬਿਟਸ ਉਹਨਾਂ ਆਦਤਾਂ ਨੂੰ ਗੰਦੀਆਂ ਆਦਤਾਂ ਨੂੰ ਸਟੀਰੀਓਟਾਈਪ ਥਿੰਗ ਨੂੰ ਸੁਪਰਸਟੀਸ਼ਨਸ ਨੂੰ ਕਹਿੰਦੇ ਨੇ ਠੀਕ ਹੈ ਸੋ ਵੇਅਰ ਦਾ ਮਾਈਂਡ ਇਜ਼ ਲੈਡ ਫੋਰਵਰਡ ਬਾਈ ਦੀ ਸੋ ਇਨਟੂ ਐਵਰ widening thought and action into the heaven of freedom my father let my countrymen awake ਸੋ ਇਹਦੇ ਵਿੱਚ ਕਿਹਾ ਗਿਆ ਕਿ ਕਲੀਅਰ ਸਟੀਮ ਦੇ ਵਾਂਗੂ ਸਾਡੇ ਜਿਹੜੇ ਹੈਗੇ ਨੇ ਦਿਲ ਹੋਣ ਅਸੀਂ ਕਲੀਅਰ ਵਾਟਰ ਦੇ ਵਾਂਗੂ ਹੋਈਏ ਜਿਵੇਂ ਕਿ ਇੱਕ ਝਰਨਾ ਹੁੰਦਾ ਹੈ ਸਾਫ਼ ਪਾਣੀ ਦਾ ਤਾਂ ਅਸੀਂ ਜਿਹੜਾ ਹੈ ਰੀਜ਼ਨ ਜਿਹੜੇ ਹੈ ਹਰੇਕ ਚੀਜ਼ ਰੀਜ਼ਨ ਨੂੰ ਲਗਾ ਕੇ ਦੇਖੀਏ ਬਲਾਈਂਡਲੀ ਕਿਸੇ ਚੀਜ਼ ਨੂੰ ਅੰਨ੍ਹੇਵਾਹ ਫੋਲੋ ਨਾ ਕਰੀਏ ਅਤੇ ਅਸੀਂ ਇਹ ਦੇਖੀਏ ਇੱਕ ਸਾਫ਼ ਕਿ ਸਾਨੂੰ ਸੱਚਾਈ ਦਿਖ ਰਹੀ ਜਿਵੇਂ ਪਾਣੀ ਦੇ ਵਿੱਚੋਂ ਝਰਨੇ ਦੇ ਵਿੱਚੋਂ ਸਾਨੂੰ ਕਲੀਅਰ ਚੀਜ਼ਾਂ ਦਿਖਦੀਆਂ ਤਾਂ ਅਸੀਂ ਹਰੇਕ ਚੀਜ਼ ਨੂੰ ਜਿਹੜਾ ਹੈਗਾ ਕਲੀਅਰ ਕੱਟ ਦੇਖੀਏ ਅਤੇ ਕਲੀਅਰ ਵਾਟਰ ਦੇ ਝਰਨੇ ਵਾਂਗੂ ਸੋਚ ਸਮਝ ਕੇ ਕੰਮ ਕਰੀਏ ਸੁਪਰਸਟੀਸ਼ਨਸ ਲਾਈਕ ਜਿਹੜੇ ਆਪਾਂ ਡੈਡ ਹੈਬਿਟਸ ਕਿਹਾ ਤਾਂ ਇਹ ਸੁਪਰਸਟੀਸ਼ਨਸ ਜਿਹੜੀਆਂ ਚੀਜ਼ਾਂ ਨੇ ਸਟੀਰੀਓਟਾਈਪ ਥਿੰਗਸ ਨੇ ਇਹ ਸਾਰੀਆਂ ਅਸੀਂ ਛੱਡ ਦਈਏ ਜੈਂਡਰ ਥੋਟ ਜਿਹੜੀ ਹੈ ਜੈਂਡਰ ਥਿੰਕਿੰਗ ਕਿ ਲੜਕਾ ਜਿਹੜਾ ਹੈਗਾ ਵੀ ਅਸੀਂ ਉਹਨੂੰ ਪੜ੍ਹਾਵਾਂਗੇ ਲੜਕੀ ਨੂੰ ਘਰੇ ਰੱਖਾਂਗੇ ਸੋ ਐਸਾ ਕੁਛ ਨਾ ਹੋਵੇ ਅਤੇ ਰੱਬ ਜਿਹੜਾ ਹੈਗਾ ਸਾਨੂੰ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕੀਤੀ ਗਈ ਹੈ ਕਿ ਸਾਡੀ ਜਿਹੜੀ ਐਵਰ ਵਾਈਡਨਿੰਗ ਦਾ ਮਤਲਬ ਹੁੰਦਾ ਸਾਡੀ ਜਿਹੜੀ ਹੈਗੀ ਆ ਵਾਈਡਨ ਮਤਲਬ ਸਾਡੀ ਥੋਟ ਜਿਹੜੀ ਹੈ ਸਾਡੀ ਸੋਚ ਜਿਹੜੀ ਹੈ ਉਹ ਚੌੜੀ ਕਰੋ ਨਾ ਕਿ ਤੰਗ ਸੋਚ ਸਾਨੂੰ ਬਣਾਓ ਸਾਡੇ ਐਕਸ਼ਨਸ ਵੀ ਕੰਮ ਵੀ ਅੱਛੇ ਹੋਣ ਅਤੇ ਸਾਨੂੰ ਜਿਹੜਾ ਹੈ ਲੈਡ ਕਰ ਦਿਓ ਮਤਲਬ ਅੱਗੇ ਵਧਾਓ ਹੈਵਨ ਆਫ ਫਰੀਡਮ ਸਾਨੂੰ ਆਜ਼ਾਦੀ ਦੇ ਸਵਰਗ ਦੇ ਵਿੱਚ ਪਹੁੰਚਾ ਦਿਓ ਮਾਈ ਫਾਦਰ ਹੁਣ ਇੱਥੇ ਕਿਹਾ ਗਿਆ ਪਰਮਾਤਮਾ ਨੂੰ ਕਿ ਮੇਰੇ ਪਿਤਾ ਲੈਟ ਮਾਈ ਕੰਟਰੀ ਅਵੇਕ ਮੇਰੇ ਜਿਹੜਾ ਹੈ ਦੇਸ਼ ਨੂੰ ਜਗਾ ਦਿਓ ਸੋ ਮੇਰਾ ਦੇਸ਼ ਨੂੰ ਹੈਗਾ ਜਗਾ ਦੇਣਾ ਚਾਹੀਦਾ ਜਿੱਥੇ ਸਾਰੇ ਜਣੇ ਜਿਹੜੇ ਹੈਗੇ ਇਕੁਅਲ ਹੋਣ ਮੈਨ ਵੀਮਨ ਸਾਰੇ ਓਪਨ ਮਾਈਂਡਡ ਹੋਣ ਕੋਈ ਵੀ ਪੁਰਾਣੀਆਂ ਚੀਜ਼ਾਂ ਤੰਗ ਸੋਚਾਂ ਜਿਹੜੀਆਂ ਹੈਗੀਆਂ ਇੱਥੇ ਨਾ ਹੋਣ ਸੁਪਰਸਟੀਸ਼ਨਸ ਨਾ ਹੋਣ ਮੇਰੇ ਦੇਸ਼ ਨੂੰ ਅੱਗੇ ਵਧਾ ਕੇ ਜਿਹੜਾ ਹੈ ਜਗਾਓ ਅਤੇ ਅੱਗੇ ਵਧਾਓ ਸੋ ਕੌਨਟੈਕਸਟ ਜਿਹੜਾ ਹੈਗਾ ਜਿਵੇਂ ਆਪਾਂ ਪਿੱਛੇ ਕੀਤੇ ਨਾ ਸਟੈਂਜ਼ਾ 'ਚ ਸੇਮ ਐਜ਼ ਇਟ ਇਜ਼ ਆਪਾਂ ਉਤਾਰ ਲਾਂਗੇ ਐਕਸਪਲੇਨੇਸ਼ਨ ਦੇ ਵਿੱਚ ਹੈਗਾ ਇਨ ਦੀਜ਼ ਲਾਈਨਸ ਪੋਇਟ ਪ੍ਰੇਜ਼ ਟੂ ਗੋਡ ਦੈਟ ਹਿਜ਼ ਕੰਟਰੀਮੈਨ ਸ਼ੁੱਡ ਗਿਵ ਅਪ ਆਲ ਦਾ ਓਲਡ ਕਸਟਮਸ ਟ੍ਰੈਡੀਸ਼ਨ ਸੁਪਰਸਟੀਸ਼ਨਸ ਕਿ ਸਾਡਾ ਦੇਸ਼ ਜਿਹੜਾ ਹੈ ਸਾਡੇ ਦੇਸ਼ ਦੇ ਕੰਟਰੀਮੈਨ ਜਿਹੜੇ ਨੇ ਦੇਸ਼ ਨਿਵਾਸੀ ਨੇ ਉਹ ਪੁਰਾਣੇ ਕਸਟਮ ਰੀਤੀ ਰਿਵਾਜ ਟ੍ਰੈਡੀਸ਼ਨਸ ਨੂੰ ਸੁਪਰਸਟੀਸ਼ਨਸ ਜਿਹੜੀਆਂ ਪੁਰਾਣੀਆਂ ਜਾਦੂ ਟੋਣੇ ਟੋਟਕੇ ਕੋਈ ਵੀ ਅਗਰ ਉਹ ਭੂਤ ਪ੍ਰੇਤ ਵਗੈਰਾ 'ਚ ਵਿਸ਼ਵਾਸ ਕਰਦੇ ਨੇ ਅੰਧ ਵਿਸ਼ਵਾਸ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਉਹ ਗਿਵ ਅਪ ਮਤਲਬ ਛੱਡ ਦੇਣ ਗਿਵ ਅਪ ਦਾ ਮਤਲਬ ਹੁੰਦਾ ਇੱਕ ਪਾਸੇ ਛੱਡ ਦੇਣ ਸਿੱਟ ਦੇਣ these things are like a dull desert ਇਹ ਸਾਰੀਆਂ ਚੀਜ਼ਾਂ ਡਲ ਡੈਜ਼ਰਟ ਆਫ ਸੈਂਡ ਨੇ ਮਤਲਬ ਕਿ ਜਿਵੇਂ ਇੱਕ ਭੱਦਾ ਮਾਰੂਥਲ ਹੁੰਦਾ ਹੈ ਜਿਸ 'ਚ ਕੁਛ ਨਹੀਂ ਦਿਖਦਾ ਸੋ ਇਹ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ ਠੀਕ ਹੈ ਸੁਪਰਸਟੀਸ਼ਨਸ ਟਾਈਪ ਸਟੀਰੀਓ ਥਿੰਗਸ they should follow reason logical thinking as it is like a clear water stream ਤਾਂ ਦੇਖੋ ਰੀਜ਼ਨ ਦੇ ਪਿੱਛੇ ਲੌਜੀਕਲ ਥਿੰਕਿੰਗ ਲਗਾ ਕੇ ਸੋਚਣ ਕਿਉਂਕਿ ਇਹ ਲੌਜੀਕਲ ਥਿੰਕਿੰਗ ਰੀਜ਼ਨਿੰਗ ਜਿਹੜੀ ਹੈਗੀ ਆ ਉਹ ਕੀ ਹੈਗਾ ਇੱਕ ਕਲੀਅਰ ਵਾਟਰ ਸਟਰੀਮ ਵਰਗੀ ਹੈ ਜਿਸ 'ਚ ਸਭ ਕੁਝ ਦਿਖਦਾ ਠੀਕ ਹੈ ਸੋ ਉਸ ਚੀਜ਼ ਦੇ ਵਾਲੇ ਜਾਣ ਦੇ ਸ਼ੁੱਡ ਓਵਰਕਮ ਦੇ ਸ਼ੁੱਡ ਓਵਰਪਾਵਰ ਬਲਾਈਂਡ ਫੇਥ ਸੋ ਬਲਾਈਂਡ ਫੇਥ ਨੂੰ ਓਵਰਪਾਵਰ ਕਰ ਲੈਣ ਉਹ ਸਾਈਡ 'ਤੇ ਬਲਾਈਂਡ ਫੇਥ ਮਤਲਬ ਅੰਨ੍ਹੇਵਾਹ ਕਿਸੇ ਚੀਜ਼ 'ਤੇ ਵਿਸ਼ਵਾਸ ਨਾ ਰੱਖਣ ਦਾ ਪੋਇਟ ਪ੍ਰੇਜ਼ ਗੋਡ that he should guide their minds into a widening ਦਾ ਮਤਲਬ ਹੁੰਦਾ broad mind and thought and actions ਕਿ ਸਾਡੇ ਜਿਹੜੇ ਐਕਸ਼ਨਸ ਹੈ ਸਾਡੀ ਜਿਹੜੀ ਥੋਟ ਹੈ ਉਹ ਖੁੱਲੀ ਕਰ ਦਿਓ ਅਸੀਂ ਤੰਗ ਦਿਲ ਨਾ ਰਹੀਏ ਅਤੇ ਸਾਡੇ ਜਿਹੜੇ ਮਾਈਂਡਸ ਨੂੰ ਗਾਈਡ ਕਰੋ ਸਾਡੇ ਦਿਲ ਦਿਮਾਗ ਨੂੰ ਗਾਈਡ ਕਰੋ God should turn ਹਿਜ਼ ਕੰਟਰੀ ਇਨਟੂ ਹੈਵਨ ਆਫ ਟਰੂ ਫਰੀਡਮ ਮਤਲਬ ਕਿ ਸਾਡੇ ਦੇਸ਼ ਨੂੰ ਜਿਹੜਾ ਹੈਗਾ ਆਜ਼ਾਦੀ ਦੇ ਅਸਲੀ ਆਜ਼ਾਦੀ ਸੱਚੀ ਆਜ਼ਾਦੀ ਦੇ ਸਵਰਗ ਦੇ ਵਿੱਚ ਬਦਲ ਦਿਓ ਹਿਜ਼ ਕੰਟਰੀ ਸ਼ੁੱਡ ਬੀ ਅਵੇਕਨਡ ਅਤੇ ਉਹਨਾਂ ਦੀ ਕੰਟਰੀ ਨੂੰ ਜਾਗ ਜਾਣਾ ਚਾਹੀਦਾ ਜਗਾ ਦਿਓ ਤੁਸੀਂ ਉਹ ਪਰਮਾਤਮਾ ਦੇ ਅੱਗੇ ਬੇਨਤੀ ਕਰ ਰਹੇ ਹੋ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਸ ਪੋਇਮ ਦਾ ਸਮਰੀ ਸੈਂਟਰ ਆਪਾਂ ਇੱਦਾਂ ਕਰਾਂਗੇ ਸਮਰੀ ਨੂੰ ਕਿ ਇਹ ਕੁਐਸਚਨ ਨੂੰ ਇੱਦਾਂ ਕਰਾਂਗੇ ਕਿ ਜਿਹੜਾ ਹੈਗਾ ਆਪਣਾ ਸੈਂਟਰਲ ਆਈਡੀਆ ਮੇਨ ਆਈਡੀਆ ਅਤੇ ਸਮਰੀ ਜਿਹੜੀ ਹੈਗੀ ਆ ਉਹ ਆਪਾਂ ਅਟੈਂਪਟ ਕਰ ਪਾਈਏ ਕੋਈ ਵੀ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਆਪਾਂ ਇਸ ਤਰ੍ਹਾਂ ਕੁਐਸਚਨ ਅਟੈਂਪਟ ਕਰਨਾ ਸਿੱਖਾਂਗੇ ਕਿ ਕੋਈ ਵੀ ਕੁਐਸਚਨ ਆ ਜੇ ਤੁਸੀਂ ਕਰ ਸਕੋ ਸੋ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ ਇਜ਼
ਆ ਫੇਮਸ ਪੋਇਮ ਬਾਈ ਰਵਿੰਦਰਨਾਥ ਟੈਗੋਰ। ਸੋ ਰਵਿੰਦਰਨਾਥ ਟੈਗੋਰ ਦੀ ਪੋਇਮ ਲਿਖੀ ਹੋਈ ਹੈ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਜਿੱਥੇ ਸਾਡਾ ਮਨ ਜਿਹੜਾ ਹੈਗਾ ਵਿਦਾਊਟ ਕਿਸੇ ਫੀਅਰ ਹੋਵੇ, ਬਿਨਾਂ ਕਿਸੇ ਡਰ ਤੋਂ ਸਾਡਾ ਮਨ ਹੋਵੇ। ਸੋ ਦਿਸ ਪੋਇਮ ਇਜ਼ ਐਨ ਐਕਸਟਰੈਕਟ ਮਤਲਬ ਮੈਂ ਪਿੱਛੇ ਵੀ ਦੱਸਿਆ ਪਾਠ ਹੈਗਾ ਇੱਕ, ਗੀਤਾਂਜਲੀ ਨਾਮ ਦੀ ਪੋਇਮ ਦੇ ਵਿੱਚੋਂ ਹੀ ਇੱਕ ਛੋਟਾ ਜਿਹਾ ਟੁਕੜਾ ਲਿਆ ਗਿਆ ਹੈ। ਦਿਸ ਪੋਇਮ ਇਜ਼ ਇਨ ਦਾ ਫੋਰਮ ਆਫ ਪ੍ਰੇਅਰ ਟੂ ਗੋਡ। ਸੋ ਇਹ ਇੱਕ ਪ੍ਰੇਅਰ ਜਿਹੜੀ ਹੈਗੀ ਆ ਪ੍ਰੇਅਰ ਦੇ ਫੋਰਮ ਦੇ ਵਿੱਚ ਹੈ, ਪ੍ਰਾਰਥਨਾ ਦੇ ਫੋਰਮ ਦੇ ਵਿੱਚ ਹੈ, ਰੂਪ ਦੇ ਵਿੱਚ ਹੈ। ਇਨ ਦਿਸ ਪੋਇਮ The poet prays to God to lead his countrymen into heaven of true freedom। ਇਸ ਦੇ ਵਿੱਚ ਪ੍ਰਾਰਥਨਾ ਕੀਤੀ ਹੈਗੀ ਹੈ ਕਵੀ ਨੇ ਕਿ ਮੇਰੇ ਦੇਸ਼ ਨਿਵਾਸੀਆਂ ਨੂੰ ਇੱਕ ਅਸਲੀ ਆਜ਼ਾਦੀ ਦੇ ਸਵਰਗ ਦੇ ਵਿੱਚ ਜਿਹੜਾ ਹੈਗਾ ਲੈ ਜਾਓ। ਦੇ ਸ਼ੁੱਡ ਬੀ ਫੀਅਰਲੈਸ, ਜਿੱਥੇ ਉਹ ਨਿਡਰ ਹੋਣ, ਫੀਅਰਲੈਸ ਮਤਲਬ ਨਿਡਰ ਹੋਣ। ਦੇ ਸ਼ੁੱਡ ਰਿਲਾਈ ਸੈਂਸ ਆਫ ਸੈਲਫ ਡਿਗਨਿਟੀ, ਅਤੇ ਉਹ ਟਰੂ ਫੀਲਿੰਗ ਅਸਲੀ ਜਿਹੜੀ ਹੈਗੀ ਹੈ ਭਾਵਨਾ ਨੂੰ ਜਾਣ ਸਕਣ ਕਿ ਸੈਲਫ ਡਿਗਨਿਟੀ ਆਤਮ ਸਨਮਾਨ ਕੀ ਹੁੰਦਾ ਹੈ। ਦੇਅਰ ਸ਼ੁੱਡ ਬੀ ਵੈਲਿਊ ਆਫ ਨੌਲੇਜ, ਐਜੂਕੇਸ਼ਨ ਨੌਲੇਜ ਦੀ ਵੈਲਿਊ ਹੋਵੇ। ਐਜੂਕੇਸ਼ਨ ਸ਼ੁੱਡ ਨਾਟ ਬੀ ਲਿਮਿਟਡ ਟੂ ਐਨੀ ਕਾਸਟ, ਕਲਰ, ਕ੍ਰੀਡ ਐਂਡ ਰਿਲੀਜਨ। ਜਿਹੜੀ ਐਜੂਕੇਸ਼ਨ ਹੈ, ਸਿੱਖਿਆ ਹੈਗੀ ਆ, ਉਹ ਸਿਰਫ ਕੁਝ ਕੁ ਲੋਕਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਕਿਸੇ ਕਾਸਟ ਦੇ ਉੱਤੇ, ਕਿਸੇ ਕਲਰ ਦੇ ਉੱਤੇ, ਕਿਸੇ ਕ੍ਰੀਡ ਦੇ ਅਤੇ ਕਿਸੇ ਰਿਲੀਜਨ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ। ਦੇਅਰ ਸ਼ੁੱਡ ਬੀ ਨੋ ਡਿਵੀਜ਼ਨ ਬੇਸਡ ਅਪੋਨ ਕਾਸਟ, ਕਲਰ, ਕ੍ਰੀਡ ਐਂਡ ਰਿਲੀਜਨ, ਅਤੇ ਕੋਈ ਵੀ ਵੰਡ ਵੀ ਨਹੀਂ ਹੋਣੀ ਚਾਹੀਦੀ ਕਾਸਟ, ਕਲਰ, ਰਿਲੀਜਨ ਦੇ ਅਕੋਰਡਿੰਗ। ਦ ਪੋਇਟ ਆਲਸੋ ਪ੍ਰੇਜ਼ ਟੂ ਗੋਡ ਟੂ ਅਵੇਕ ਹਿਜ਼ ਕੰਟਰੀਮੈਨ, ਅਤੇ ਪੋਇਟ ਇਹ ਵੀ ਕਹਿ ਰਿਹਾ ਕਿ ਮੇਰੇ ਜਿਹੜੇ ਹੈ ਦੇਸ਼ ਵਾਸੀਆਂ ਨੂੰ ਜਗਾਓ। ਦੇ ਸ਼ੁੱਡ ਰਿਲਾਈਜ਼ ਸੈਲਫ, ਅਤੇ ਉਹ ਆਪਣੇ ਆਪ ਨੂੰ ਸਮਝਣ ਜਾਣ ਸਕਣ। ਦੇ ਸ਼ੁੱਡ ਵਰਕ ਹਾਰਡ ਟੂ ਰੀਚ ਦੇਅਰ ਗੋਲਸ, ਅਤੇ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜਿਹੜਾ ਹੈ ਹਾਰਡ ਵਰਕ ਕਰਨ, ਸਖਤ ਮਿਹਨਤ ਕਰਨ। ਦੇ ਸ਼ੁੱਡ ਰੀਚ ਐਟ ਪਰਫੈਕਸ਼ਨ, ਅਤੇ ਪਰਫੈਕਸ਼ਨ ਤੱਕ ਉਹ ਜਾਣ, ਪੂਰੇ ਕੰਮ ਦੇ ਵਿੱਚ ਨਿਪੁੰਨਤਾ ਹਾਸਿਲ ਉਹ ਕਰ ਸਕਣ। ਦੇ ਸ਼ੁੱਡ ਨਾਟ ਬੀ ਲੇਜ਼ੀ, ਲੇਜ਼ੀ ਯਾਨੀ ਸੁਸਤ, ਅਤੇ ਉਹ ਸੁਸਤ ਨਾ ਰਹਿਣ। The poet wants his countrymen to give up all customs, traditions and superstitions। ਤਾਂ ਕਿਹੜੇ ਕਸਟਮਸ ਦੀ ਗੱਲ ਕੀਤੀ ਗਈ ਆ? ਓਲਡ ਕਸਟਮਸ ਦੀ, ਠੀਕ ਹੈ, ਕਿ ਪੁਰਾਣੇ ਕਸਟਮਸ ਨੂੰ, ਪੁਰਾਣੀ ਜਿਹੜੀ ਸਟੀਰੀਓਟਾਈਪ ਥਿੰਗਸ ਚੱਲੀਆਂ ਆ ਰਹੀਆਂ ਨੇ, ਸਤੀ ਪ੍ਰਥਾ, ਬਾਲ ਵਿਆਹ, ਹੈ ਨਾ, ਹੋਰ ਜੈਂਡਰ ਡਿਸਕ੍ਰਿਮੀਨੇਸ਼ਨ ਟਾਈਪ ਚੀਜ਼ਾਂ ਚੱਲੀਆਂ ਆ ਰਹੀਆਂ, ਉਹਨਾਂ ਨੂੰ ਜਿਹੜਾ ਹੈਗਾ ਉਹ ਛੱਡ ਦੇਣ। ਦੇ ਸ਼ੁੱਡ ਨਾਟ ਬਲਾਈਂਡਲੀ ਫੋਲੋ ਥਿੰਗਸ, ਅਤੇ ਉਹ ਕਿਸੇ ਵੀ ਅੰਨ੍ਹੇਵਾਹ ਕਿਸੇ ਚੀਜ਼ ਨੂੰ ਫੋਲੋ ਨਾ ਕਰਨ। ਦੇ ਸ਼ੁੱਡ ਲਿਵ ਦੇਅਰ ਲਾਈਫ ਵਿਦ ਔਨਰ, ਅਤੇ ਉਹ ਆਤਮ ਸਨਮਾਨ ਦੇ ਨਾਲ, ਡਿਗਨਿਟੀ ਦੇ ਨਾਲ ਆਪਣੀ ਲਾਈਫ ਜਿਹੜੀ ਹੈਗੀ ਸਪੈਂਡ ਕਰਨ। ਦੇ ਸ਼ੁੱਡ ਬਰੋਡ ਮਾਈਂਡਡ, ਅਤੇ ਉਹਨਾਂ ਦੀ ਸੋਚ ਜਿਹੜੀ ਹੈਗੀ ਖੁੱਲ੍ਹੀ ਸੋਚ ਉਹਨਾਂ ਦੀ ਹੋਵੇ, ਤੰਗ ਸੋਚ ਨਾ ਹੋਵੇ। ਦੇ ਸ਼ੁੱਡ ਬੀ ਟਰੂਥਫੁਲ, ਸੱਚੇ ਉਹ ਰਹਿਣ, ਟਰੂਥਫੁਲ ਹੁੰਦਾ ਸੱਚੇ ਰਹਿਣਾ। ਦੇ ਸ਼ੁੱਡ ਬੀ ਓਨੈਸਟ, ਇਮਾਨਦਾਰ ਰਹਿਣ। ਹਾਰਡ ਵਰਕਿੰਗ ਯਾਨੀ ਕਿ ਸਖਤ ਮਿਹਨਤ ਕਰਨ। ਦੇ ਸ਼ੁੱਡ ਨਾਟ ਬੀ ਲੇਜ਼ੀ, ਉਹ ਸੁਸਤ ਨਹੀਂ ਹੋਣੇ ਚਾਹੀਦੇ, ਲੇਜ਼ੀ ਵਿਹਲੜ ਨਹੀਂ ਹੋਣੇ ਚਾਹੀਦੇ। ਦੇ ਸ਼ੁੱਡ ਬੀ ਅਵੇਕਨਡ, ਉਹ ਜਾਗੇ ਹੋਏ ਹੋਣੇ ਚਾਹੀਦੇ ਆ, ਮਤਲਬ ਹਮੇਸ਼ਾ ਕੰਮ ਕਰਨ ਲਈ ਤਿਆਰ ਹੋਣੇ ਚਾਹੀਦੇ ਨੇ। ਵੀ ਐਸੇ ਕੰਟਰੀਮੈਨ ਸਾਡੇ ਦੇਸ਼ ਦੇ ਹੋਣੇ ਚਾਹੀਦੇ ਨੇ, ਸਾਡਾ ਦੇਸ਼ ਐਸਾ ਹੋਣਾ ਚਾਹੀਦਾ ਹੈ। ਦੇ ਸ਼ੁੱਡ ਨੋ ਵਾਟ ਟਰੂ ਫਰੀਡਮ ਇਜ਼, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸਲੀ ਫਰੀਡਮ ਕਿਸ ਨੂੰ ਕਹਿੰਦੇ ਆ, ਕਿਉਂਕਿ ਆਪਾਂ ਸਾਰੇ ਆਜ਼ਾਦੀ ਦੇ ਪਿੱਛੇ ਘੁੰਮ ਰਹੇ ਹਾਂ, ਕਿਉਂਕਿ ਉਹ ਆਜ਼ਾਦੀ ਤੋਂ ਪਹਿਲਾਂ ਪੋਇਮ ਲਿਖੀ ਹੋਈ ਸੀ ਕਿ ਅਸੀਂ ਆਜ਼ਾਦੀ ਦੇ ਪਿੱਛੇ ਘੁੰਮ ਰਹੇ ਹਾਂ, ਆਜ਼ਾਦੀ ਇਹ ਨਹੀਂ ਹੁੰਦੀ। ਸੋ ਇਹ ਵੀ ਆਪਣਾ ਵਿਜ਼ਨ ਉਹਨਾਂ ਨੇ ਪੇਸ਼ ਕੀਤਾ ਕਿ ਆਜ਼ਾਦੀ ਕੀ ਹੁੰਦੀ ਹੈ, ਕਿ ਹਰੇਕ ਤਰ੍ਹਾਂ ਦੀਆਂ ਬੁਰੀਆਂ ਚੀਜ਼ਾਂ ਤੋਂ ਜਿਹੜਾ ਸਾਡੀ ਕੰਟਰੀ ਫਰੀ ਹੋਵੇ, ਕੰਟਰੀਮੈਨ ਅੱਛੇ ਹੋਣ, ਤਾਂ ਇਹ ਆਜ਼ਾਦੀ ਹੁੰਦੀ ਹੈ। The poet prays that his countrymen should give up old traditions as they are like a dull desert of sand, ਕਿ ਜਿਹੜਾ ਹੈਗਾ ਉਹਨਾਂ ਨੂੰ, ਸਾਡੇ ਦੇਸ਼ ਦੇ ਵਾਸੀਆਂ ਨੂੰ ਪੁਰਾਣੇ ਟਰੈਡੀਸ਼ਨ ਛੱਡ ਦੇਣੇ ਚਾਹੀਦੇ ਨੇ, ਕਿਉਂਕਿ ਇਹ ਇੱਕ ਧੁੰਦਲੇ ਰੇਤ ਦੇ ਮਾਰੂਥਲ ਵਾਂਗੂ ਹੁੰਦੇ ਨੇ। ਸੋ ਦੇ ਸ਼ੁੱਡ ਫੋਲੋ ਰੀਜ਼ਨ ਔਰ ਲੌਜੀਕਲ ਥਿੰਕਿੰਗ, ਅਤੇ ਉਹਨਾਂ ਨੂੰ ਰੀਜ਼ਨ ਅਤੇ ਲੌਜੀਕਲ ਥਿੰਕਿੰਗ ਫੋਲੋ ਕਰਨੀ ਚਾਹੀਦੀ ਹੈ। ਹੀ ਪ੍ਰੇਜ਼ ਦੈਟ God should guide his countrymen into place of perfect freedom where they accept new thoughts and ideas। ਉਹਨਾਂ ਨੇ ਰੱਬ ਨੂੰ ਇਹ ਵੀ ਕਿਹਾ ਕਿ ਸਾਡੇ ਦੇਸ਼ ਦੇ ਵਾਸੀਆਂ ਨੂੰ ਜਿਹੜਾ ਹੈਗਾ ਇੰਨਾ ਕੁ ਜਗਾ ਦਿਓ ਕਿ ਉਹ ਪਰਫੈਕਟ ਜਿਹੜੀ ਅਸਲੀ ਫਰੀਡਮ ਹੈਗੀ ਆ ਉਹਦੇ ਮਾਇਨੇ ਸਮਝ ਸਕਣ, ਅਤੇ ਜਿੱਥੇ ਉਹ ਨਵੇਂ ਆਈਡੀਆਜ਼, ਨਵੀਂ ਥਿੰਕਿੰਗ, ਸੋਚ ਨੂੰ, ਆਈਡੀਆਜ਼ ਨੂੰ ਜਿਹੜਾ ਹੈਗਾ ਉਹ ਅਪਣਾ ਸਕਣ। ਦੇ ਸ਼ੁੱਡ ਐਂਟਰ ਇਨਟੂ ਹੈਵਨ ਆਫ ਟਰੂ ਫਰੀਡਮ, ਜਿੱਥੇ ਉਹ ਅਸਲੀ ਆਜ਼ਾਦੀ ਦੇ ਸਵਰਗ ਦੇ ਵਿੱਚ ਜਿਹੜਾ ਹੈਗਾ ਜਾ ਸਕਣ, ਐਂਟਰ ਕਰ ਸਕਣ, ਦਾਖਲ ਹੋ ਸਕਣ। ਸੋ ਇਹ ਸੀ ਅੱਜ ਦੀ ਵੀਡੀਓ। ਹੋਪ ਤੁਹਾਨੂੰ ਸਮਝ ਆ ਗਈ ਹੋਏਗੀ। ਅਗਰ ਕੋਈ ਵੀ ਕਾਰੀ ਹੋਈ ਤਾਂ ਕਮੈਂਟ ਕਰਕੇ ਦੱਸਿਓ। ਮਿਲਦੇ ਨਵੀਂ ਵੀਡੀਓ ਦੇ ਨਾਲ। ਧੰਨਵਾਦ।